ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਰਸ਼ਰਨ ਕੌਰ ਤੇ ਅੱਜ ਸਾਡੇ ਨਾਲ ਮੁੜ ਤੋਂ ਡਾਕਟਰ ਹਰਸ਼ਿੰਦਰ ਕੌਰ ਜੁੜਨਗੇ। ਕਈ ਦਿਨਾਂ ਦਾ ਵਕਫਾ ਜ਼ਰੂਰ ਪੈ ਚੁੱਕਿਆ, ਪਰ ਅੱਜ ਅਸੀਂ ਇੱਕ ਬਹੁਤ ਹੀ ਜ਼ਰੂਰੀ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ। ਜਿਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਸੁਣ ਰਹੇ ਹਾਂ ਤੇ ਆਮ ਵੀ ਦੁਨੀਆ ਦੇ ਵਿੱਚ ਇਸ ਚੀਜ਼ ਦੀਆਂ ਗੱਲਾਂ ਹੁੰਦੀਆਂ ਨੇ ਕਿ ਕੋਈ ਵੀ ਚੀਜ਼ ਜਾਂ ਫਿਰ ਜੇ ਅਸੀਂ ਜੰਗ ਜਿੱਤਣੀ ਹੈ, ਚਾਹੇ ਬਿਮਾਰੀ ਜਿੱਤਣੀ ਹੈ, ਕੁਛ ਵੀ ਕਰਨਾ ਹੈ ਕੰਮ ਸਰੀਰ ਦੇ ਨਾਲ ਜਾਂ ਮਨ ਦੇ ਨਾਲ, ਉਹਦੇ ਵਿੱਚ ਮਨ ਦਾ ਬੜਾ ਵੱਡਾ ਰੋਲ ਹੈ। ਜਿਵੇਂ ਕਹਿੰਦੇ ਕਿ ਕੋਈ ਵੀ ਕੰਮ ਤੁਸੀਂ ਕਰਨਾ ਉਹਦੇ ਵਿੱਚ ਤੁਸੀਂ ਆਪਣਾ ਮਨ ਪਹਿਲਾਂ ਤਿਆਰ ਕਰਨਾ। ਕੋਈ ਪੇਪਰ ਕਰੈਸ਼ ਕਰਨਾ, 95% ਤੁਹਾਡਾ ਮਨ ਹੈ ਜਿਹੜਾ ਉਹ ਜੇ ਤਿਆਰ ਹੋ ਗਿਆ, ਹੌਸਲੇ 'ਚ ਹੈ, 5% ਤੁਸੀਂ ਤਿਆਰੀ ਕਰਨੀ ਹੈ। ਸੋ UK ਤੋਂ ਵੀ ਅੱਜ ਇੱਕ ਖਬਰ ਆਈ ਹੈ ਕਿ 104 ਸਾਲ ਦੀ ਬੇਬੇ ਹੈ ਜਿਹੜੀ ਉਹਨੇ ਕਰੋਨਾ ਨੂੰ ਮਾਤ ਦੇ ਦਿੱਤੀ ਹੈ। ਸੋ ਅੱਜ ਅਸੀਂ ਡਾਕਟਰ ਸਾਹਿਬ ਨਾਲ ਇਸੇ ਮਸਲੇ 'ਤੇ ਗੱਲ ਕਰਾਂਗੇ ਕਿ ਜਿਹੜੀ ਮਨ ਦੀ ਚੜ੍ਹਦੀ ਕਲਾ ਹੁੰਦੀ ਹੈ ਉਹਦਾ ਸਰੀਰ 'ਤੇ ਕਿੰਨਾ ਕੁ ਅਸਰ ਪੈਂਦਾ ਹੈ। ਸੋ ਡਾਕਟਰ ਸਾਹਿਬ ਹੁਣ ਸਾਡੇ ਨਾਲ ਜੁੜ ਚੁੱਕੇ ਨੇ, ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ ਤੋਂ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ 'ਤੇ। ਸਤਿ ਸ਼੍ਰੀ ਅਕਾਲ। ਤੇ ਹਮੇਸ਼ਾ ਵਾਂਗ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਸਕਦੇ ਨੇ ਵੀਰ ਭੈਣ ਬਜ਼ੁਰਗ ਬੱਚੇ ਸਭਨਾਂ ਨੂੰ ਬਹੁਤ-ਬਹੁਤ ਨਿੱਘੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸੋ ਆਸ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ, ਪਰਿਵਾਰ ਸਮੇਤ ਪਟਿਆਲਾ ਵੀ ਠੀਕ ਠਾਕ ਹੋਏਗਾ। ਸੋ ਆਪਾਂ ਸ਼ੁਰੂਆਤ ਕਰੀਏ ਹੁਣ ਆਪਣੀ ਟਾਕ ਕਿ ਸਭ ਤੋਂ ਪਹਿਲਾ ਸਵਾਲ ਹੀ ਮੈਂ ਇਹੀ ਪੁੱਛਾਂਗੀ ਜਿਹੜਾ ਮੈਂ ਪਹਿਲਾਂ ਦੱਸ ਹੀ ਚੁੱਕੀ ਹਾਂ ਕਿ ਮਨ ਦੀ ਜਿਹੜੀ ਚੜ੍ਹਦੀ ਕਲਾ ਹੈ ਜਾਂ ਮਨ ਦਾ ਅਸਰ ਹੈ ਜਿਹੜਾ ਉਹ ਸਰੀਰ 'ਤੇ ਕਿੰਨਾ ਕੁ ਪੈਂਦਾ ਹੈ। ਦਰਅਸਲ ਬੜੀ ਡੂੰਘੀ ਜਿਹੀ ਗੱਲ ਹੈ ਜਿਹਦੇ ਨਾਲ ਸਾਡਾ ਇਮਿਊਨ ਸਿਸਟਮ, ਸਾਡਾ ਜੀਨ, ਸਾਰਾ ਕੁਛ ਹੀ ਜੁੜਿਆ ਪਿਆ। ਜੇ ਆਪਾਂ ਅੱਜ ਗੱਲ ਕਰੀਏ ਸਿਰਫ ਖੋਜਾਂ ਦੇ ਉੱਤੇ ਆਧਾਰਿਤ, ਜਿਹਦੇ ਨਾਲ ਮੇਰਾ ਖਿਆਲ ਹੈ ਕਿ ਕਿਸੇ ਨੂੰ ਇਹ ਨਾ ਕੋਈ ਕਿੰਤੂ ਪਰੰਤੂ ਹੋਵੇ ਕਿ ਇਹ ਮਨ ਦੀਆਂ ਹੀ ਗੱਲਾਂ ਨੇ ਜਾਂ ਅਸੀਂ ਇੱਕ ਦੂਜੇ ਨੂੰ ਕਹਿ ਕੇ ਕੋਈ ਨਾ ਫਿਕਰ ਨਾ ਕਰ, ਨਾਲ ਹੀ ਸ਼ਾਇਦ ਤਬਦੀਲੀ ਆ ਜਾਂਦੀ ਹੈ। ਕੁਛ ਪਹਿਲਾਂ ਆਪਾਂ ਖੋਜਾਂ ਦੇ ਬਾਰੇ ਜ਼ਿਕਰ ਕਰਦੇ ਹਾਂ ਜੋ ਅੱਜ ਦੀ ਨਹੀਂ। ਸੰਨ 1960 ਵਿੱਚ ਪਹਿਲੀ ਖੋਜ ਸੀ ਜੋ ਲਾਸ ਏਂਜਲਸ ਦੇ ਵਿੱਚ ਕੈਲੀਫੋਰਨੀਆ ਦੀ ਯੂਨੀਵਰਸਿਟੀ ਵਿੱਚ ਸਾਈਕੋ ਨਿਊਰੋ ਇਮਿਊਨੋਲੋਜੀ ਦੇ ਸੈਂਟਰ 'ਚ ਕੀਤੀ ਗਈ ਸੀ, ਜਿਹਦੇ ਵਿੱਚ ਅਸਲ 'ਚ ਇੱਕ ਖੋਜੀ ਸੀ ਕੌਲ। ਉਹ ਇਹ ਸਮਝਣਾ ਚਾਹੁੰਦਾ ਸੀ ਕਿ ਇੱਕੋ ਜਿੰਨੀ ਬਿਮਾਰੀ ਹੋਏ ਤੇ ਵੀ ਕਈਆਂ ਦਾ ਇਮਿਊਨ ਸਿਸਟਮ ਕਿਉਂ ਵੱਖ ਹੁੰਦਾ, ਕਿਉਂ ਕਈਆਂ ਨੂੰ ਹੁੰਦੀ ਨਹੀਂ ਤੇ ਕਿਉਂ ਉਹੀ ਕੀਟਾਣੂ ਕਿਸੇ ਦੀ ਯਾਨੀ ਮੌਤ ਤੱਕ ਹੋ ਜਾਂਦੀ ਹੈ। ਕੀ ਗੱਲ ਆਖਰ ਹੁੰਦੀ ਕੀ ਹੈ ਜੀ। ਉਹ ਇਸ ਤੇ ਕਾਫੀ ਸਮੇਂ ਲੱਗਿਆ ਰਿਹਾ। ਉਹਨੇ ਵਿੱਚ ਇੱਕ ਹੋਰ 1964 ਵਿੱਚ ਫਿਰ ਇੱਕ ਖੋਜ ਪੱਤਰ ਛਪ ਗਿਆ ਜਿਸ ਨੇ ਉਸ ਕੌਲ ਦੀ ਸੋਚ ਉਸ ਪਾਸੇ ਨੂੰ ਤੋਰੀ। ਉਹ ਖੋਜ ਪੱਤਰ ਵਿੱਚ ਇੱਕ ਮਰੀਜ਼ ਸੀ ਨੋਰਮਨ, ਜਿਹਦਾ ਜ਼ਿਕਰ ਕੀਤਾ ਸੀ ਕਿ ਉਹਨੂੰ ਜੋੜਾਂ ਦੀ ਤਕਲੀਫ ਐਨਕਾਈਲੋਜ਼ਿੰਗ ਸਪੌਂਡਿਲਾਈਟਿਸ ਸੀ, ਯਾਨੀ ਉਹ ਬਿਮਾਰੀ ਹੈ ਜਿਹਦੇ ਠੀਕ ਹੋਣ ਦੇ ਅਸਾਰ ਨਹੀਂ ਹੁੰਦੇ। ਉਹਨੇ ਉਹ ਜੋ ਖੋਜ ਵਿੱਚ ਉਦੋਂ ਕੀਤੀ, ਜੋ ਛਪਿਆ ਸੀ ਇਹ ਖੋਜ ਪੱਤਰ, ਉਹਦੇ 'ਚ ਲਿਖਿਆ ਸੀ ਕਿ ਉਹਨੂੰ ਦਿਨ ਵਿੱਚ 3 ਵਾਰ ਰੋਜ਼ 1 ਘੰਟੇ ਲਈ ਹਾਸੇ ਦੀਆਂ ਫਿਲਮਾਂ ਜਾਂ ਚੁਟਕਲੇ ਸੁਣਾਏ ਗਏ ਸੀ ਤੇ 2 ਹਫ਼ਤਿਆਂ ਬਾਅਦ ਉਹਦੇ ਜੋੜਾਂ ਦੀ ਸੋਜ਼ਿਸ਼ ਵਿੱਚ ਕਾਫੀ ਸੁਧਾਰ ਹੋ ਗਿਆ ਸੀ। ਅੱਛਾ। ਖੋਜ ਛਪੀ ਤੇ ਸਾਰਿਆਂ ਨੇ ਰੱਜ ਕੇ ਇਹਦਾ ਮਜ਼ਾਕ ਉਡਾਇਆ ਵੀ ਇਹਨੂੰ ਦਿਮਾਗੀ ਨੁਕਸ ਹੀ ਹੋਣਾ, ਕੋਈ ਬਿਮਾਰੀ ਹੋਣੀ ਨਹੀਂ, ਵੀ ਹਾਸਾ ਕਿਹੜੀ ਕੋਈ ਗੱਲ ਹੋ ਗਈ ਵੀ ਕਿਸੇ ਬਿਮਾਰੀ ਨੂੰ ਠੀਕ ਕਰ ਸਕਦਾ। ਇਹਨੂੰ ਪਖੰਡ ਮੰਨ ਕੇ ਚੰਗੀ ਕਰੜੀ ਇਹਦੇ ਬਾਕੀ ਡਾਕਟਰਾਂ ਨੇ, ਖੋਜੀਆਂ ਨੇ ਇਹਦਾ ਵਿਰੋਧ ਕੀਤਾ। ਅੱਛਾ ਜੀ। ਕਿ ਇਹ ਖੋਜ ਫਜ਼ੂਲ ਹੈ। ਪਰ ਖੋਜੀ ਕੌਲ ਜੋ ਪਹਿਲਾਂ ਤੋਂ ਡਟਿਆ ਪਿਆ ਸੀ ਇਸ ਪਾਸੇ, ਉਹਨੂੰ ਇਸ ਨੂੰ ਦੇਖ ਕੇ ਉਹਨੂੰ ਲੱਗਿਆ ਵੀ ਜੋ ਮੈਂ ਲੱਭ ਰਿਹਾ ਸ਼ਾਇਦ ਇਸ ਖੋਜ ਦੇ ਵਿੱਚੋਂ ਕੁਛ ਮੈਂ ਅੱਗੋਂ ਦੇਖਾਂ ਵੀ ਕਿਵੇਂ ਕੀਤਾ ਜਾ ਸਕਦਾ ਜਾਂ ਕੀ ਇਹਦੇ ਵਿੱਚੋਂ ਹੋਰ ਲੱਭਿਆ ਜਾ ਸਕਦਾ। ਉਹਨੇ ਕੀ ਕੀਤਾ ਕਿ ਲਿਆ, ਉਹਨੇ ਮਰੀਜ਼ ਲਏ 2 ਹਿੱਸਿਆਂ 'ਚ ਵੰਡੇ, ਜਿਨ੍ਹਾਂ ਨੂੰ ਉਹਨੇ 2 ਹਫ਼ਤਿਆਂ ਤੱਕ ਫੋਲੋ ਅਪ ਕਰਕੇ ਇਸੇ ਹੀ ਤਰ੍ਹਾਂ ਇਹੀ ਹਾਸੇ ਵਾਲੀਆਂ ਚੀਜ਼ਾਂ ਹੀ ਟਰਾਈ ਕਰਕੇ ਦੇਖੀਆਂ। ਇੱਕ ਪਾਸੇ ਨੂੰ ਰੋਜ਼ ਹੱਸਣ ਲਈ ਕਹਿਣਾ, ਦੂਜੇ ਪਾਸੇ ਨਾ ਮਤਲਬ ਜਿਹੜੇ ਨੋਰਮਲ ਤਰੀਕੇ ਜਾਂਦੇ ਇਹਨਾਂ ਨੂੰ ਕੀਤਾ। ਤੇ ਉਹਨੇ ਅਸਲ 'ਚ ਉਹਨਾਂ ਦਿਨਾਂ ਵਿੱਚ ਸ਼ਾਇਦ ਇੰਨੀ ਐਡਵਾਂਸਡ ਖੋਜ ਨਹੀਂ ਸੀ ਕਿ ਇੰਨੇ ਬਲੱਡ ਟੈਸਟ ਜਾਂ ਇੰਨਾ ਕੁਛ ਹੋ ਸਕਦਾ। ਉਹਨੂੰ ਉਸ ਤਰ੍ਹਾਂ ਤਾਂ ਦਿਸਿਆ ਵੀ ਇਹਨਾਂ ਵਿੱਚ ਆਰਾਮ ਕੁਛ ਉਹਨਾਂ 'ਚ ਵੱਧਦੇ ਜਿਹੜੇ ਹੱਸਦੇ ਖੇਡਦੇ ਪਏ ਸਨ, ਜਾਂ ਦੂਜਿਆਂ ਨਾਲੋਂ ਆਰਾਮ ਉਸ 'ਚ ਵੱਧ ਸੀ, ਪਰ ਉਹ ਡਾਕੂਮੈਂਟ ਨਾ ਕਰ ਸਕਿਆ।
ਫਿਰ ਇਹ ਖੋਜ ਦਰਅਸਲ 1980 ਤੇ 1990 ਵਿੱਚ ਜੋ 2 ਖੋਜਾਂ ਹੋਈਆਂ ਜਿਹਨੇ ਦੁਨੀਆ ਨੂੰ ਉਸ ਪਾਸੇ ਵੱਲ ਧਿਆਨ ਉਹਨਾਂ ਦਾ ਖਿੱਚਿਆ ਠੀਕ ਹੈ ਸੀ ਕਿ ਉਹਨਾਂ ਨੇ ਇੱਕ ਲੱਭ ਲਿਆ ਜੋੜ ਕਿ ਕਿਵੇਂ ਇਮਿਊਨ ਸਿਸਟਮ ਵਿਚਲੇ ਥਾਈਮਸ ਗਲੈਂਡ ਤੇ ਹੱਡੀਆਂ ਦੇ ਮਾਦੇ ਦੇ ਵਿੱਚ ਜਿਹੜੇ ਰਿਸੈਪਟਰ ਲੱਗੇ ਹੋਏ ਨੇ ਉਹ ਜਿਹੜੇ ਇਹ ਹੱਸਦੇ ਜਾਂ ਖੁਸ਼ ਰਹਿੰਦੇ ਜਾਂ ਚੜ੍ਹਦੀ ਕਲਾ ਜਾਂ ਸੰਤੁਸ਼ਟ ਰਹਿੰਦੇ ਸਨ ਉਹਨਾਂ ਵਿੱਚ ਉਦੋਂ ਲੱਭ ਲਿਆ ਵੀ ਇਹਦੇ ਰਿਸੈਪਟਰ ਜਿਹੜੇ ਸਿਰੇ ਸੀ ਇਮਿਊਨ ਸਿਸਟਮ ਵਾਲੇ ਉਹ ਜ਼ਿਆਦਾ ਚੁਸਤ ਹੋ ਜਾਂਦੇ ਸਨ। ਯਾਨੀ ਜਿਹੜੀ ਡਾਕੂਮੈਂਟ ਖੋਜ ਹੋ ਗਈ ਕਿ ਸਰੀਰ ਅੰਦਰਲੇ ਕੁਝ ਹਿੱਸੇ ਜਿਹੜੇ ਇਮਿਊਨ ਸਿਸਟਮ ਨਾਲ ਸਾਡੇ ਜੁੜੇ ਨੇ ਉਹ ਚੜ੍ਹਦੀ ਕਲਾ 'ਚ ਤੇ ਖੁਸ਼ ਰਹਿਣ ਵਾਲਿਆਂ 'ਚ ਇਹ ਦੋਨੋਂ ਸਾਲਾਂ ਵਿੱਚ ਜਿਹੜੀਆਂ ਖੋਜਾਂ ਹੋਈਆਂ ਉਹਨਾਂ ਨੇ ਡਾਕੂਮੈਂਟ ਕਰਕੇ ਦੱਸ ਦਿੱਤਾ ਜੀ ਆਹ ਰਿਸੈਪਟਰਸ ਨੇ ਇਹ ਚੁਸਤ ਹੋ ਗਏ ਨੇ। ਇਹ ਉਹਨਾਂ ਸਮਿਆਂ ਵਿੱਚ ਜੋ ਖੋਜ ਸਾਰਿਆਂ ਦੇ ਸਾਹਮਣੇ ਆ ਗਈ ਜਿਹਨੇ ਸਭ ਨੂੰ ਚੁਕੰਨਾ ਕੀਤਾ ਵੀ ਇਹ ਤਾਂ ਵਾਕਈ ਕੁਛ ਕਮਾਲ ਹੈ। ਸੋ ਉਦੋਂ ਦੁਨੀਆ ਦਾ ਧਿਆਨ ਕੋਲ ਵੱਲ ਗਿਆ ਕਿ ਜਿਹਨੂੰ ਅਸੀਂ ਮਜ਼ਾਕ ਪਹਿਲਾਂ ਉਡਾ ਰਹੇ ਸਾਂ ਵੀ ਇਹ ਹੱਸਣ ਨਾਲ ਕੀ ਹੋ ਗਿਆ, ਇੱਕ ਹੱਸਣਾ ਤੇ ਚੜ੍ਹਦੀ ਕਲਾ ਕੀ ਤਬਦੀਲੀ ਲਿਆ ਸਕਦੀਆਂ ਨੇ ਕਿ ਇਮਿਊਨ ਸਿਸਟਮ ਤੱਕ ਰਵਾਂ ਹੋ ਸਕਦਾ ਜੀ। ਇੱਕ ਖੋਜ ਅੱਗੋਂ 1980 ਵਿੱਚ ਜੋ ਪਹਿਲੀ ਹੋਈ ਉਸ ਉਦੋਂ ਹੀ ਨਾਲ ਦੀ ਨਾਲ ਇਹਨਾਂ ਨੇ ਕੀਤਾ ਕਿ ਪਕਿਆਈ ਫੜਨ ਲਈ ਕੋਲ ਨੇ ਡਾਕਟਰੀ ਜਿਹੜੇ ਪੜ੍ਹ ਰਹੇ ਸਨ ਵਿਦਿਆਰਥੀ ਉਹਨਾਂ ਨੂੰ ਉਹਨਾਂ ਦੇ ਲਹੂ ਦੇ ਸੈਂਪਲ ਲਏ, ਉਹਨਾਂ ਦੇ ਸਾਰੇ ਇਹ ਚੈੱਕ ਕੀਤੇ ਗਏ ਹੀ ਰਿਸੈਪਟਰਸ ਤੇ ਉਹਨਾਂ ਦਾ ਧਿਆਨ ਇਹ ਆਇਆ ਕਿ ਜਦੋਂ ਉਹਨਾਂ ਦੇ ਪੇਪਰ ਹੁੰਦੇ ਸਨ, ਗੌਰ ਕਰਿਓ ਮੈਂ ਇਹ ਅੱਜ ਦੇ ਦਿਨ ਤੱਕ ਵੀ ਕਿਵੇਂ ਸਹੀ ਹੁੰਦੀ ਜੇ ਕਿ ਜਦੋਂ ਇਮਤਿਹਾਨਾਂ ਦੇ ਦਿਨ ਉਹਨਾਂ ਦੇ ਆਉਂਦੇ ਸਨ ਡਾਕਟਰੀ ਪੜ੍ਹਦੇ ਵਿਦਿਆਰਥੀਆਂ ਦੇ ਤਾਂ ਇਹਨਾਂ ਵਿੱਚ ਜੋ ਪੁਰਾਣੀਆਂ ਵਾਇਰਲ ਬਿਮਾਰੀਆਂ ਜੋ ਯਾਨੀ ਥੋੜ੍ਹੀ ਗਿਣਤੀ 'ਚ ਕੋਈ ਵਾਇਰਸ ਗਏ ਤੇ ਉੱਥੇ ਹੀ ਪਏ ਜਿਹੜੇ ਸੁਸਤ ਪਏ ਹੋਏ ਕੋਈ ਬਿਮਾਰੀ ਨਹੀਂ ਕਰ ਸਕੇ ਸਨ ਉਹ ਵਾਇਰਲ ਕੀਟਾਣੂ ਇਹਨਾਂ ਦੇ ਇਮਤਿਹਾਨਾਂ ਦੇ ਦੌਰਾਨ ਦੇ ਤਣਾਅ ਵਿੱਚ ਉਹ ਵਾਇਰਲ ਕੀਟਾਣੂਆਂ ਦੀ ਮਲਟੀਪਲੀਕੇਸ਼ਨ ਵੱਧ ਗਈ, ਉਹ ਜ਼ਿਆਦਾ ਹੋਣ ਲੱਗ ਗਏ ਤੇ ਉਹਨਾਂ ਨੂੰ ਖੰਘ ਜ਼ੁਕਾਮ ਬੁਖਾਰ ਇਹੋ ਜਿਹੀਆਂ ਆਮ ਵਾਇਰਲ ਬਿਮਾਰੀਆਂ ਨੇ ਵੱਧ ਹਮਲਾ ਕੀਤਾ। ਠੀਕ ਹੈ। ਇਹ ਖੋਜ ਹੁਣ ਬੜੀ ਅਜੀਬ ਉਹਨਾਂ ਨੂੰ ਉਦੋਂ ਲੱਗੀ ਵੀ ਇਹਦਾ ਮਤਲਬ ਹੈ ਇਹ ਛਪੀ ਵੀ ਸੀ ਉਦੋਂ ਰੋਨਲਡ ਗਲੇਜ਼ਰ ਨੇ ਇੱਕ ਸੀ ਜੋ ਓਹੀਓ ਸਟੇਟ ਯੂਨੀਵਰਸਿਟੀ ਵਿੱਚ ਇੰਸਟੀਚਿਊਟ ਫਾਰ ਬਿਹੇਵੀਅਰਲ ਮੈਡੀਸਨ ਰਿਸਰਚ ਦੇ ਵਿੱਚ ਇਹ ਛਪੀ ਵੀ ਫਿਰ ਇਹ ਖੋਜ ਉਹਨੇ ਵੀ ਦੁਬਾਰਾ ਇਹੋ ਚੀਜ਼ ਸਾਬਤ ਕਰ ਦਿੱਤੀ ਕਿ ਵਾਕਈ ਜੀ ਜਿਹੜੇ ਇਮਿਊਨ ਸਿਸਟਮ ਜੇ ਤਣਾਅ ਦੇ ਅਧੀਨ ਢਹਿੰਦੀ ਕਲਾ ਯਾਨੀ ਹੁਣ ਇਹਨੂੰ ਦੂਰੇ ਪਾਸਿਓਂ ਅਸੀਂ ਇੱਕ ਤਰੀਕੇ ਮੰਨ ਸਕਦੇ ਹਾਂ ਕਿ ਪਕਿਆਈ ਫੜੀ। ਪਹਿਲੀ ਚੀਜ਼ ਤਾਂ ਸੀ ਸਿਰਫ ਹੱਸਦੇ ਜਾਂ ਚੜ੍ਹਦੀ ਕਲਾ ਵਾਲਿਆਂ 'ਚ ਇਮਿਊਨ ਸਿਸਟਮ ਰਵਾਂ ਹੋਇਆ ਸੀ, ਹੁਣ ਦੂਜੇ ਪਾਸਿਓਂ ਇਹ ਵੀ ਸਾਬਤ ਹੋ ਗਿਆ ਕਿ ਤਣਾਅ ਤੇ ਢਹਿੰਦੀ ਕਲਾ ਵਿੱਚ ਇਮਿਊਨ ਸਿਸਟਮ ਠੱਪ ਹੋ ਜਾਂਦਾ ਜੋ ਕਿ ਨਾਰਮਲ ਵਾਇਰਸ ਨੂੰ ਫੈਲਣ ਨਹੀਂ ਦਿੰਦਾ, ਉਹ ਤਾਂ ਵੱਧ ਕੇ ਫੈਲਣ ਲੱਗ ਜਾਂਦੀਆਂ ਨੇ ਇਮਿਊਨ ਸਿਸਟਮ ਯਾਨੀ ਢਹਿੰਦੀ ਕਲਾ ਵਿੱਚ ਠੱਪ ਹੋ ਜਾਂਦਾ ਜੀ। ਠੀਕ ਹੈ। ਇਹਨੂੰ ਜੋ ਪੁਰਾਣੀ ਜਿਹੜੀ ਮੈਂ ਗੱਲ ਕੀਤੀ ਸੀ ਉਦੋਂ ਸਾਰੇ ਮਜ਼ਾਕ ਕੀਤੇ ਸਨ, ਉਦੋਂ ਬ੍ਰਿਟੇਨ ਵਿੱਚ ਵੀ ਸਰਕਾਰੀ ਮੁਲਾਜ਼ਮਾਂ ਤੇ ਇਹੋ ਜਿਹੇ ਹੀ ਟੈਸਟ ਹੋਏ ਸਨ ਪਰ ਉਸ ਸਮੇਂ ਇੰਨੀ ਡਿਟੇਲਡ ਕਿਉਂਕਿ ਗਿਆਨ ਨਹੀਂ ਸੀ। ਉਦੋਂ ਵੀ ਉਹਨਾਂ ਨੇ ਇਹ ਕਿਹਾ ਸੀ ਕਿ ਜਦੋਂ ਇਹਨਾਂ ਦਾ ਜ਼ਿਆਦਾ ਲਗਾਤਾਰ ਤਣਾਅ ਰਹਿੰਦਾ ਸੀ ਇਹਨਾਂ ਨੂੰ ਹਾਰਟ ਅਟੈਕਸ ਵੱਧ ਹੋ ਰਹੇ ਨੇ, ਸ਼ੱਕਰ ਰੋਗ ਵੱਧ ਹੁੰਦਾ ਜੇ, ਸਾਰੀਆਂ ਬਿਮਾਰੀਆਂ ਜੋੜਾਂ ਦੇ ਦਰਦ ਚਮੜੀ ਦੇ ਉੱਤੇ ਐਲਰਜੀ ਹੋਣੀ, ਨਿੱਛਾਂ ਜ਼ਿਆਦਾ ਆਉਣੀਆਂ ਇਹ ਵੱਧ ਹੁੰਦੇ ਨੇ। ਠੀਕ ਹੈ। ਹੁਣ ਸਾਰੇ ਨੂੰ ਜਦੋਂ ਪੁਰਾਣੇ ਤੇ ਨਵੀਆਂ ਖੋਜਾਂ ਮਿਲਾ ਕੇ ਦੇਖਿਆ ਗਿਆ ਤਾਂ ਇਹ ਸਪਸ਼ਟ ਹੋ ਗਿਆ ਕਿ ਦੋ ਗੱਲਾਂ ਸਪਸ਼ਟ ਹੋ ਗਈਆਂ ਕਿ ਸਾਨੂੰ ਲੱਭ ਲਿਆ ਸੀ ਉਦੋਂ ਤੱਕ ਅਸੀਂ ਕਿ ਇਮਿਊਨ ਸਿਸਟਮ ਦਾ ਇਹ ਜਿਹੜੇ ਰਵਾਂ ਰਿਸੈਪਟਰਸ ਹੋਏ ਜਾਂ ਜਿਹੜੀ ਇਮਿਊਨਿਟੀ ਦੇ ਸੈੱਲ ਵਧੇ, ਸਾਡਾ ਸਰੀਰ ਤਗੜਾ ਹੋਇਆ, ਬਿਮਾਰੀ ਨਾਲ ਲੜ ਸਕਿਆ। ਉਹ ਬਿਮਾਰੀ ਜਿਹੜੀ ਲਾ ਇਲਾਜ ਵਰਗੀ ਸੀ ਉਹਦੇ 'ਚ ਵੀ ਲੱਛਣ ਘਟੇ ਹੋਏ ਲੱਭੇ, ਉਹ ਵੀ ਸਪਸ਼ਟ ਹੋ ਗਿਆ। ਦੂਜੇ ਪਾਸਿਓਂ ਢਹਿੰਦੀ ਕਲਾ ਦਾ ਵੀ ਸਪਸ਼ਟ ਹੋ ਗਿਆ। ਠੀਕ ਹੈ। ਇਸ ਵਿੱਚ ਕੀਤਾ ਕੀ ਗਿਆ ਉਹਨਾਂ ਨੇ ਜਦੋਂ ਖੋਜ ਅੱਗੇ ਤੋਰੀ ਇਹ ਦੇਖਿਆ ਕਿ ਢਹਿੰਦੀ ਕਲਾ ਵਿੱਚ ਨਾ ਸਿਰਫ ਮਾਨਸਿਕ ਰੋਗ, ਦਿਲ ਦੇ ਰੋਗ, ਸ਼ੱਕਰ ਰੋਗ, ਜੋੜਾਂ ਦੇ ਰੋਗ, ਐਲਰਜੀ ਬਲਕਿ ਕੈਂਸਰ ਤੱਕ ਵੀ ਬਹੁਤ ਜ਼ਿਆਦਾ ਵੱਧ ਜਾਂਦਾ, ਇਹਨਾਂ 'ਚ ਖਤਰਾ ਵੱਧ ਹੁੰਦਾ ਜੇ। ਫਿਰ ਇਹਨਾਂ ਦੇ ਜਿਹੜੇ ਜ਼ਖਮ ਸੀ ਉਹ ਵੀ ਛੇਤੀ ਇਸ ਪੀਰੀਅਡ ਦੌਰਾਨ ਨਹੀਂ ਸੀ ਵੱਧਦੇ। ਯਾਨੀ ਇੰਨਾ ਕੁਛ ਉਹਨਾਂ ਨੂੰ ਲੱਭ ਗਿਆ ਕਿ ਉਹਨਾਂ ਨੇ ਅਗਲੀ ਖੋਜ ਹੁਣ ਕੀ ਕੀਤੀ ਜਿਹਨੇ ਵਾਕਈ ਮਤਲਬ ਅੱਜ ਦੇ ਦਿਨ ਵਿੱਚ ਅਸੀਂ ਕਹਿ ਸਕਦੇ ਹਾਂ ਕਿ
ਜੋ ਮੈਂ ਅਖੀਰ ਵਿੱਚ ਲਿਆਵਾਂਗੀ ਸਿੱਖ ਧਰਮ ਦੇ ਵਿੱਚ ਕੀ ਸਿੱਖਾਂ ਵਿੱਚ ਤਬਦੀਲੀ ਆਉਂਦੀ ਹੈ, ਤੁਸੀਂ ਇਸ ਚੀਜ਼ ਤੋਂ ਸਮਝ ਸਕੋਗੇ ਜੀ ਕਿ ਲਹੂ 'ਚ ਜਿਹੜੇ ਸਾਡੇ ਬਿਮਾਰੀ ਨਾਲ ਲੜਨ ਵਾਲੇ ਨੇ, ਇੱਕ ਰੈੱਡ ਸੈੱਲ ਵਾਈਟ ਸੈੱਲ ਨੇ, ਵਾਈਟ ਸੈੱਲਸ ਨੇ ਸਾਡੀ ਬਿਮਾਰੀ ਨਾਲ ਲੜਨ ਵਾਲੇ ਜੋ ਲਹੂ 'ਚ ਸਾਡੀਆਂ ਰਗਾਂ ਵਿੱਚ ਦੌੜਦੇ ਨੇ, ਉਹਦੇ ਉੱਤੇ ਜੀਨ ਐਕਸਪ੍ਰੈਸ਼ਨ ਦੇ ਉੱਤੇ ਖੋਜ ਕੀਤੀ ਗਈ। ਅੱਛਾ, ਹੁਣ ਇਹ ਗੱਲ ਸਮਝਣ ਦੀ ਕੋਸ਼ਿਸ਼ ਹੈ ਕਿ ਉਹ ਤਾਂ ਹੋ ਸਕਦਾ ਹੈ ਵਕਫੀ ਤਬਦੀਲੀ ਆਈ ਕਿ ਖੁਸ਼ ਰਹੇ ਜਾਂ ਤੁਸੀਂ ਉਦਾਸ ਰਹੇ ਚ ਕੀ ਹੁੰਦਾ, ਪਰ ਜੋ ਮੈਂ ਤੁਹਾਨੂੰ ਹੁਣ ਦੱਸਣ ਲੱਗੀ ਹਾਂ ਉਹ ਵਾਕਈ ਸਾਡੀ ਸਮਝਣ ਚ ਕਿ ਗੁਰੂ ਸਾਹਿਬ ਨੇ ਸਾਡੇ ਜਦੋਂ ਸਿੱਖ ਬਣਾਏ, ਉਹਨਾਂ ਨੂੰ ਸੋਚ ਨਾਲ ਜੋੜਿਆ, ਖਾਲਸੇ ਸਾਜੇ, ਤਾਂ ਕਿਉਂ ਉਹੀ ਮੁਰਦਾ ਲੋਕ ਜੋ ਅੱਗੇ ਲਤਾੜੇ ਪਏ ਸਨ, ਸਾਰੇ ਦੇ ਸਾਰੇ ਹੁਕਮਰਾਨਾਂ ਅੱਗੇ ਗੋਡੇ ਟੇਕ ਕੇ ਬੈਠੇ ਸਨ, ਕਿਵੇਂ ਉਹਨਾਂ ਵਿੱਚ ਤਬਦੀਲੀ ਆਈ? ਬਹੁਤ ਲੋਕ ਕੁਐਸਚਨ ਜੋ ਕਰਦੇ ਨੇ, ਮੇਰਾ ਖਿਆਲ ਹੈ ਇਹ ਗੱਲਾਂ ਸਪਸ਼ਟ ਕਰ ਦੇਣਗੀਆਂ ਕਿ ਅਜਿਹੇ ਉਦੋਂ ਜਦੋਂ ਇਹ ਜੀਨ ਦੇ ਉੱਤੇ ਸਟੱਡੀ ਕੀਤੀ ਗਈ ਤਾਂ ਜੀਨ ਐਕਸਪ੍ਰੈਸ਼ਨ ਵਿੱਚ ਲੱਭਿਆ ਗਿਆ ਕਿ ਇਨਸਾਨੀ ਸਰੀਰ ਵਿਚਲੇ ਜਿਨੋਮ ਜੋ ਨੇ 22,000 ਜੀਨਾਂ ਵਿੱਚੋਂ 209 ਅਜਿਹੇ ਜੀਨ ਨੇ ਜੋ ਢਹਿੰਦੀ ਕਲਾ ਵਾਲੇ ਤੇ ਇਕੱਲੇ ਰਹਿਣ ਵਾਲੇ ਤੇ ਜਿਹੜੇ ਸਿਰਫ ਯਾਨੀ ਰੋਂਦੇ ਰਹਿੰਦੇ ਹੋਣ, ਇਹਨਾਂ ਵਿੱਚ ਹੀ ਦਿਸਦੇ ਨੇ, ਹੋਰ ਕਿਤੇ ਦਿਸਦੇ ਨਹੀਂ ਜੀ। ਹੁਣ ਇਹ ਜੀਨ ਕੀ ਕਰਦੇ ਨੇ ਕਿ ਜਿਸ ਤਰ੍ਹਾਂ ਦਾ ਇਹ ਵੱਖ ਕਿਸਮ ਦੀ ਇੱਕ ਪ੍ਰੋਟੀਨ ਬਣਾਉਂਦੇ ਨੇ ਜੋ ਵਾਇਰਲ ਕੀਟਾਣੂਆਂ ਦੇ ਹਮਲਿਆਂ ਦਾ ਅਸਰ ਵਧਾ ਦਿੰਦੇ ਨੇ ਜੀ। ਤੇ ਇਸ ਤੋਂ ਬਾਅਦ ਯਾਨੀ ਇਹ ਜੋ ਜੈਨੇਟਿਕ ਤਬਦੀਲੀ ਸੀ, ਇਹਨੂੰ ਇਹ ਕਿਆਸ ਲਾਇਆ ਗਿਆ ਕਿ ਜਿਨ੍ਹਾਂ ਵਿੱਚ, ਕਿਉਂਕਿ ਇਹ ਢਹਿੰਦੀ ਕਲਾ ਵਿੱਚ ਨਹੀਂ ਹਨ, ਜਿਨ੍ਹਾਂ ਵਿੱਚ ਇਹ ਜੀਨ ਜਿਹੜੇ 209 ਜੋ ਯਾਨੀ ਜਿਹੜੇ ਨਹੀਂ ਸਰੀਰ ਨੂੰ ਬਚਾਉਂਦੇ, ਜਦੋਂ ਦੂਜੇ ਪਾਸੇ ਧਿਆਨ ਕੀਤਾ ਗਿਆ ਕਿ ਇਹ ਕੀ ਕਰਦੇ ਨੇ, ਵੀ ਜਦੋਂ ਅਸਲ ਵਿੱਚ ਇਹ ਜੀਨ ਤਬਦੀਲੀ ਜਦੋਂ ਸ਼ੁਰੂ ਕਰਦੇ ਨੇ ਤਾਂ ਦੇਖਿਆ ਗਿਆ ਕਿ ਇਹ ਦਿਲ ਦੀਆਂ ਨਾੜੀਆਂ ਵਿਚਲੇ ਜੋ ਪਰਤ ਹੁੰਦੀ ਜੇ ਉਹਨੂੰ ਖਰਾਬ ਕਰ ਦਿੰਦੇ ਨੇ, ਉੱਥੇ ਜਿਹੜੇ ਕੱਪੇ ਜੰਮ ਜਾਂਦੇ ਨੇ ਜਿਨ੍ਹਾਂ ਨਾਲ ਹਾਰਟ ਅਟੈਕਸ ਛੇਤੀ ਹੋ ਸਕਦੇ ਨੇ, ਪਾਸਾ ਮਾਰਿਆ ਜਾ ਸਕਦਾ। ਹਾਂਜੀ, ਸਾਰੇ ਦੇ ਸਾਰੇ ਸਿਰਫ ਇਹਨਾਂ ਜੀਨਾਂ ਸਦਕਾ ਸੀ। ਹੁਣ ਸਾਡੇ ਕੋਲ ਸ਼ਾਇਦ ਕਿਸੇ ਨੂੰ ਔਖਾ ਲੱਗ ਰਿਹਾ ਹੋਵੇ ਸਮਝਾਉਣ 'ਚ, ਮੈਂ ਕੋਸ਼ਿਸ਼ ਬੜੀ ਕੀਤੀ ਹੈ ਸੌਖੇ ਤਰੀਕੇ ਦੱਸਦਿਆਂ, ਕਿਉਂਕਿ ਹੁਣ ਜਦੋਂ ਨਤੀਜਿਆਂ ਵੱਲ ਜਾਵਾਂਗੇ ਜੀ ਜੀ ਤੇ ਇੰਨਾ ਕਹਿਣਾ ਵੀ ਚੜ੍ਹਦੀ ਕਲਾ ਤੁਹਾਨੂੰ ਜ਼ਿੰਦਗੀ ਬਖਸ਼ਦੀ ਹੈ, ਉਹ ਮੇਰਾ ਖਿਆਲ ਇਹਨਾਂ ਖੋਜਾਂ ਤੋਂ ਸਪਸ਼ਟ ਹੋ ਜਾਏਗਾ ਬੜਾ ਵਧੀਆ ਤਰੀਕੇ, ਕਿਉਂਕਿ ਜਿਹੜੀ ਅਸਲ ਵਿੱਚ ਫਿਰ ਨਿਊਯਾਰਕ ਦੇ ਰੌਕਫੈਲਰ ਯੂਨੀਵਰਸਿਟੀ ਦੇ ਇਮਿਊਨੋਲੋਜਿਸਟ ਨੇ ਕੀਤਾ ਜੋ ਗੱਲ, ਉਹ ਮੇਰਾ ਖਿਆਲ ਹੈ ਹੁਣ ਅੱਗੋਂ ਆਪਾਂ ਜੋ ਗੱਲ ਕਰਾਂਗੇ ਸੌਖੇ ਤਰੀਕੇ ਹਰ ਇੱਕ ਨੂੰ ਸਮਝ ਆ ਜਾਏਗੀ। ਹਾਂਜੀ, ਦੋ ਅਲੱਗ-ਅਲੱਗ, ਇੱਕ ਤਾਂ ਕੈਰੋਲੀਨਾ ਯੂਨੀਵਰਸਿਟੀ ਵਿੱਚ ਹੋਇਆ ਜੀ, ਇੱਕ ਇਹਨੇ। ਹੁਣ ਦੋ ਜਿਹੜੀਆਂ ਇਹ ਮੇਰਾ ਖਿਆਲ ਹੈ ਸਪਸ਼ਟ ਕਰ ਦੇਣੀਆਂ ਕਿ ਸਾਨੂੰ ਵਾਇਰਲ ਨਾਲ ਲੜਨਾ ਕੀ ਕਰ ਸਕਦਾ ਤੇ ਕੀ ਨਹੀਂ। ਉਹਦੇ ਵਿੱਚ ਪਹਿਲੀ ਖੋਜ ਸੀ 45 ਇਹੋ ਜਿਹੇ ਬੰਦੇ ਲਏ ਗਏ ਜੀ ਜੋ ਟੱਬਰ ਵਿੱਚ ਰਹਿੰਦੇ ਸਨ, ਟੱਬਰਾਂ ਦੇ ਨਾਲ, ਪਰ ਚਿੰਤਾਗ੍ਰਸਤ ਸੀ, ਤਣਾਅ ਅਧੀਨ ਸੀ ਕਿ ਉਹ ਦੂਜੇ ਕੋਲ ਪੈਸੇ ਵੱਧ ਨੇ, ਉਹਦੀ ਨੌਕਰੀ ਵਧੀਆ, ਉਹਦਾ ਮੁੰਡਾ ਵਧੀਆ ਸੈੱਟ ਹੋ ਗਿਆ, ਸਾਡੀ ਨੂੰਹ ਖਰਾਬ ਹੈ, ਯਾਨੀ ਟੱਬਰ 'ਚ ਰਹਿੰਦੇ ਹੋਏ ਵੀ ਰੋਣਾ ਰੋਜ਼ ਕਿਤੇ ਸੰਤੁਸ਼ਟੀ ਨਹੀਂ ਸੀ। ਠੀਕ ਹੈ, 40 ਉਹ ਲੱਭੇ ਜਿਹੜੇ ਇਕੱਲੇ ਰਹਿੰਦਿਆਂ ਹੋਇਆਂ ਵੀ, ਯਾਨੀ ਟੱਬਰ 'ਚ ਵੀ ਨਹੀਂ ਸਨ, ਪਰ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ ਘੁਲ ਮਿਲ ਰਹੇ ਸਨ, ਆਪਣੀ ਪਸੰਦੀਦਾ ਨੌਕਰੀ ਜੋ ਵੀ ਉਹਨਾਂ ਨੂੰ ਲੱਗਦਾ ਸੀ, ਨਹੀਂ ਸਰਕਾਰੀ, ਆਪਣੇ ਕੰਮ 'ਚ ਕੋਈ ਫੋਟੋਗ੍ਰਾਫਰ ਸੀ, ਯਾਨੀ ਖੁਸ਼ ਸੀ ਆਪਣਾ ਜਿਹੜਾ ਵੀ ਕੰਮ ਸੀ। ਅੱਛਾ, ਇਹਨਾਂ ਨੂੰ 2 ਸੈਸ਼ਨ ਕਰਾਏ ਗਏ ਦੋਨਾਂ ਨੂੰ, ਜਿਹਦੇ ਵਿੱਚ 1 ਘੰਟਾ ਰੋਜ਼ ਸਵੇਰੇ ਮੈਡੀਟੇਸ਼ਨ, ਹਾਂਜੀ, ਤੇ 1 ਘੰਟਾ ਖੁੱਲ ਕੇ ਸ਼ਾਮ ਨੂੰ ਹੱਸਣ ਦੇ ਸੈਸ਼ਨ ਕੀਤੇ ਗਏ। ਅੱਛਾ, ਦੋਨਾਂ ਨੂੰ, ਇਹ ਦੋਨਾਂ ਗਰੁੱਪ ਦੇ ਬੰਦਿਆਂ ਨੂੰ। ਠੀਕ ਹੈ, ਹੁਣ ਵੇਖਣ ਵਿੱਚ ਆਇਆ ਜੋ ਚੀਜ਼ ਕਿ ਸਿਰਫ 1 ਹਫ਼ਤੇ ਬਾਅਦ ਹੀ ਉਹਨਾਂ ਦੀ ਬਿਮਾਰੀ ਨੂੰ ਜਿਹੜੇ ਵਧਾਉਣ ਵਾਲੇ ਜੋ ਜੀਨ ਐਕਸਪ੍ਰੈਸ਼ਨ ਵਿੱਚ ਸੀ ਤਬਦੀਲੀ ਹੋ ਗਈ, ਯਾਨੀ ਇੱਕ ਜੈਨੇਟਿਕ ਚੇਂਜ ਹੋਈ। ਮੈਂ ਜੋ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਿਵੇਂ ਚੜ੍ਹਦੀ ਕਲਾ ਸਾਨੂੰ ਜਾਨ ਵਾਰਨ ਤੱਕ ਵੀ ਤਿਆਰ ਕਰ ਦਿੰਦੀ ਹੈ, ਜਾਂ ਸਾਡੇ ਆਮ ਬੰਦੇ ਵਿੱਚੋਂ ਬੰਦਾ ਸਿੰਘ ਬਹਾਦਰ ਕਿਵੇਂ ਨਿਖਰ ਕੇ ਆਉਂਦਾ ਜੇ, ਉਹ ਜੀਨ ਐਕਸਪ੍ਰੈਸ਼ਨ ਵਿਚਲੀ ਤਬਦੀਲੀ ਸੀ ਜਿਸ ਨੇ ਵਾਇਰਲ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾ ਦਿੱਤੀ, ਚੜ੍ਹਦੀ ਕਲਾ ਪ੍ਰਦਾਨ ਕੀਤੀ। ਉਹਨਾਂ ਵਿੱਚ ਜੋ ਤਬਦੀਲੀ ਦਿਸੀ ਉਹਦੇ ਨਾਲ ਸ਼ੱਕਰ ਰੋਗ ਵਾਲਿਆਂ ਨੂੰ ਵੀ ਘੱਟ ਇਨਸੂਲਿਨ ਲਾਉਣ ਦੀ ਲੋੜ ਪਈ, ਯਾਨੀ ਉਹ ਇੰਪਰੂਵ ਹੋ ਗਏ ਸਨ।
ਠੀਕ ਹੈ। ਦੂਜੀ ਖੋਜ ਜਿਹੜੀ ਜੇ ਉਹ ਮੇਰਾ ਖਿਆਲ ਹੈ ਕਮਾਲ ਹੀ ਤੁਸੀਂ ਹੋ ਗਿਆ, ਜਿੱਥੇ ਯੂਨੀਵਰਸਿਟੀ ਆਫ ਮਿਆਮੀ 'ਚ ਹੁਣ 200 ਉਹ ਔਰਤਾਂ ਲਈਆਂ ਜਿਨ੍ਹਾਂ ਨੂੰ ਬ੍ਰੈਸਟ ਕੈਂਸਰ ਪਹਿਲੀ ਸਟੇਜ ਦਾ ਸੀ। ਅੱਛਾ। ਹੁਣ ਇਹਦੇ ਵਿੱਚ ਉਹਨਾਂ ਨੇ ਕੀ ਕੀਤਾ, ਮਾਈਕਲ ਐਂਟਨੀ ਸੀ ਜਿਸਨੇ ਇਹ ਖੋਜ ਕੀਤੀ ਸੀ। ਉਹਨੇ ਇਹਨਾਂ ਨੂੰ 2 ਹਿੱਸਿਆਂ ਵਿੱਚ ਵੰਡਿਆ, 100 ਵੱਖਰੀਆਂ ਕਰ ਲਈਆਂ, 100 ਵੱਖਰੀਆਂ। ਸਭਨਾਂ ਨੂੰ ਖਿਆਲ ਕਰਿਓ ਫਸਟ ਸਟੇਜ ਬ੍ਰੈਸਟ ਕੈਂਸਰ ਸੀ। ਓਕੇ। ਉਹਨਾਂ ਨੂੰ ਇੱਕ ਗਰੁੱਪ ਨੂੰ 10 ਹਫ਼ਤੇ ਲਗਾਤਾਰ ਸੈਸ਼ਨ ਕਰਾਇਆ ਗਿਆ, ਜਿਸ 'ਚ ਸਵੇਰ ਵੇਲੇ ਮੈਡੀਟੇਸ਼ਨ। ਉਹਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕੋਈ ਵੀ ਧਰਮ ਜਿਹੜਾ ਮੰਨਦੇ ਹੋ ਤੁਸੀਂ, ਜੇ ਕੁਛ ਵੀ ਨਹੀਂ ਮੰਨਦੇ, ਰੱਬ ਨੂੰ ਵੀ ਨਹੀਂ ਮੰਨਦੇ, ਤਾਂ ਤੁਸੀਂ ਆਪਣੇ ਸਿਰਫ ਧਿਆਨ ਅੰਦਰ ਲਾ ਕੇ ਹੀ ਬੈਠ ਜਾਓ, ਜਿਸ ਨੂੰ ਵੀ ਤੁਸੀਂ ਯਾਦ ਕਰਨਾ ਚਾਹੋ, ਆਪਣੇ ਕਿਸੇ ਪਿਆਰੇ ਨੂੰ, ਉਹ ਕਰੋ। ਤੇ ਫਿਰ ਉਸ ਤੋਂ ਬਾਅਦ 2 ਟਾਈਮ ਯਾਨੀ ਸਵੇਰੇ ਤੇ ਸ਼ਾਮ 2-2 ਘੰਟੇ ਉਹਨਾਂ ਨੂੰ ਕੋਈ ਹਾਸੇ ਦੀ ਫਿਲਮ ਦਿਖਾਈ ਗਈ ਜਾਂ ਚੁਟਕਲੇ ਸੁਣਾਏ ਗਏ, ਇਸ ਪਾਸੇ ਨੂੰ ਲੈ ਗਏ ਜੀ। ਜਿਹੜੀਆਂ ਦੂਜੀਆਂ ਕਿਸਮ ਦੀਆਂ 100 ਔਰਤਾਂ ਸੀ, ਉਹਨਾਂ ਨੂੰ ਸਿਰਫ ਇੱਕ ਵਾਰ ਲੈਕਚਰ ਦਿੱਤਾ ਗਿਆ ਕਿ ਤੁਹਾਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ, ਇਸ ਤਰ੍ਹਾਂ ਸਾਰਾ, ਯਾਨੀ ਉਹਨਾਂ ਨੂੰ ਸਮਝਾਇਆ ਪੂਰਾ 1 ਦਿਨ ਲਾ ਕੇ। ਹੁਣ ਇੱਕ ਪਾਸੇ ਦਾ 1 ਦਿਨ ਦਾ ਲੈਕਚਰ ਸੀ, ਦੂਜੇ ਪਾਸੇ ਉਹਨਾਂ ਨੂੰ ਲਗਾਤਾਰ 10 ਹਫ਼ਤੇ ਤੱਕ ਇਹ ਕੀਤਾ ਗਿਆ। ਕੈਂਸਰ ਦੋਨਾਂ ਦਾ ਫਸਟ ਸਟੇਜ ਸੀ, ਮੈਂ ਦੁਬਾਰਾ ਦੁਹਰਾ ਦਿਆਂ। ਹੁਣ ਇਹਦੇ 'ਚ ਫਰਕ ਦੇਖੋ, 10 ਹਫ਼ਤਿਆਂ ਬਾਅਦ ਜਿਹੜੇ ਜੀਨ ਟਾਈਪ 1 ਇੰਟਰਫੇਰੋਨ ਰਿਸਪੌਂਸ ਇਹ ਹੁੰਦਾ ਜੇ, ਜਿਸ ਅਧੀਨ ਜੋ ਰਸੌਲੀਆਂ ਤੇ ਵਾਇਰਸ ਕੀਟਾਣੂਆਂ ਨਾਲ ਲੜਦੇ ਨੇ, ਇਹ 10 ਗੁਣਾ ਖਿਮਾ ਕਰਿਓ, ਇਹ ਜਿਹੜੇ ਰਸੌਲੀਆਂ ਤੇ ਵਾਇਰਸ ਕੀਟਾਣੂਆਂ ਨਾਲ ਲੜਦੇ ਨੇ, ਜੋ ਟਾਈਪ 1 ਇੰਟਰਫੇਰੋਨ ਰਿਸਪੌਂਸ, 26 ਗੁਣਾ ਉਹਨਾਂ ਵਿੱਚ ਵੱਧ ਸਨ ਉਸ 100 ਔਰਤਾਂ ਵਿੱਚ ਜਿਹੜੀਆਂ ਰੋਜ਼ ਖੁਸ਼ ਰਹਿਣ ਦਾ ਕੋਰਸ ਕਰ ਰਹੀਆਂ ਸਨ, 10 ਹਫ਼ਤੇ ਲਈ ਕੀਤਾ, 26 ਗੁਣਾ। ਤੇ ਦੂਜੇ ਪਾਸੇ ਜਿਹੜੀਆਂ 100 ਔਰਤਾਂ ਸਨ, ਉਹਨਾਂ ਵਿੱਚ ਇਹ ਰਿਸਪੌਂਸ ਉੱਕਾ ਹੀ ਨਹੀਂ ਦਿਸਿਆ ਜੀ। ਹੁਣ ਇਹਨਾਂ ਨੂੰ ਲਗਾਤਾਰ ਜਦੋਂ ਫੋਲੋ ਅਪ ਕੀਤਾ ਗਿਆ, ਤਾਂ ਇਹ ਤੁਸੀਂ ਧਿਆਨ ਕਰਨ ਦੀ ਗੱਲ ਜੇ ਕਿ 1 ਸਾਲ ਤੱਕ ਫੋਲੋ ਅਪ ਕਰਨ ਬਾਅਦ ਜਿਹੜੀਆਂ ਉਹ 100 ਸੀ, ਉਹਨਾਂ ਵਿੱਚ ਕੈਂਸਰ ਫੈਲਿਆ ਨਹੀਂ। ਉਹਨਾਂ ਵਿੱਚੋਂ ਕਈ ਤੰਦਰੁਸਤ ਵੀ ਹੋਈਆਂ, 5 ਸਾਲ ਬਾਅਦ ਤੱਕ ਵੀ ਉਹਨਾਂ ਦੇ ਕੈਂਸਰ ਦਾ ਕੋਈ ਲੱਛਣ ਨਹੀਂ ਦਿਸਿਆ। ਜਦਕਿ ਦੂਜੇ ਗਰੁੱਪ ਦੀਆਂ ਔਰਤਾਂ ਅਗਲੇ 5 ਸਾਲਾਂ ਵਿੱਚ 100 ਵਿੱਚੋਂ 60 ਅਜਿਹੀਆਂ ਔਰਤਾਂ ਸੀ ਜਿਨ੍ਹਾਂ ਵਿੱਚ ਕੈਂਸਰ 2nd ਜਾਂ 3rd ਸਟੇਜ ਤੱਕ ਚਲਾ ਗਿਆ ਜੀ। ਇਲਾਜ ਇੱਕੋ ਜਿਹਾ ਸੀ। ਗੱਲ ਸਮਝ ਲਿਓ, ਹੁਣ ਮੇਰਾ ਖਿਆਲ ਇਸ ਤੋਂ ਸਪਸ਼ਟ ਨਹੀਂ ਹੋ ਸਕਦਾ। ਬਿਲਕੁਲ, ਇਹਨਾਂ ਨੇ ਇਲਾਜ ਇੱਕੋ ਜਿਹਾ ਸੀ, ਸਿਰਫ ਚੜ੍ਹਦੀ ਕਲਾ ਦਾ ਅਹਿਸਾਸ, ਖੁਸ਼ ਰਹਿਣਾ, ਪੈਂਦੀ ਕਲਾ ਨੂੰ ਤਿਆਗਣਾ ਤੇ 1 ਘੰਟੇ ਦੀ ਰੋਜ਼ ਦੀ ਮੈਡੀਟੇਸ਼ਨ। ਭਾਵੇਂ ਤੁਸੀਂ ਕਿਸੇ ਹੀ ਤਰ੍ਹਾਂ ਦੇ ਧਰਮ ਨੂੰ ਮੰਨਦੇ ਹੋ, ਆਪੋ ਆਪਣੇ ਰੱਬ ਨੂੰ, ਜਾਂ ਧਰਮ ਨਹੀਂ ਵੀ ਮੰਨਦੇ ਤਾਂ ਜਿਸ ਨੂੰ ਵੀ ਪਿਆਰ ਕਰਦੇ ਹੋ, ਉਹਦਾ ਮਨ ਵਿੱਚ ਖਿਆਲ ਕਰਕੇ ਸਿਰਫ ਆਪਣੇ ਅੰਦਰ ਝਾਤ ਮਾਰਨ ਦੀ ਕੋਸ਼ਿਸ਼ ਕਰ ਲਓ ਜੀ। ਇਹ ਕਮਾਲ ਜੋ ਵਾਪਰਿਆ ਨੇ, ਦੁਨੀਆ ਦੀਆਂ ਅੱਖਾਂ ਖੋਲ ਦਿੱਤੀਆਂ ਨੇ। ਹੁਣ ਅੱਜ ਦੇ ਦਿਨ ਦੀਆਂ ਜੋ ਅਸੀਂ ਕਿਤਾਬਾਂ, ਮੈਂ ਇੱਕ ਮੈਡੀਕਲ ਟੀਚਰ ਹਾਂ, ਪੜ੍ਹਾਉਂਦੇ ਵੀ ਹਾਂ ਵਿਦਿਆਰਥੀਆਂ ਨੂੰ। ਸਾਡੀਆਂ ਕਿਤਾਬਾਂ ਵਿੱਚ ਇੱਕ ਫਾਰਮੂਲਾ ਜੇ ਜੋ ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ, ਤੇ ਉਸ ਫਾਰਮੂਲੇ ਦੇ ਵਿੱਚ ਲਿਖਿਆ ਹੁੰਦਾ ਜੇ ਕਿਸੇ ਵੀ ਸਰੀਰ ਅੰਦਰ ਬਿਮਾਰੀ ਕਿੰਨੀ ਹੋਣੀ ਹੈ, ਇਜ਼ ਇਕੁਅਲ ਟੂ ਕੀਤਾ ਜਾਂਦਾ ਜੀ ਕਿੰਨੇ ਕੀਟਾਣੂ ਨੇ, ਉਹਨਾਂ ਕੀਟਾਣੂਆਂ ਦੀ ਤਾਕਤ ਕਿੰਨੀ ਹੈ, ਫਿਰ ਉਹਨੂੰ ਮਲਟੀਪਲਾਈ ਕੀਤਾ ਜਾਂਦਾ ਸਰੀਰ ਵਿਚਲੀ ਬਿਮਾਰੀਆਂ ਨਾਲ ਲੜਨ ਦੀ ਤਾਕਤ, ਉਸਦੀ ਚੜ੍ਹਦੀ ਕਲਾ, ਸਕਾਰਾਤਮਕ ਸੋਚ ਤੇ ਉਹਦਾ ਖਿੜਿਆ ਹੋਇਆ ਮਨ। ਯਾਨੀ ਸਾਰੀ ਦਾ ਸਾਰਾ ਜ਼ੋਰ ਬਿਮਾਰੀ ਕਿੰਨੀ ਵਧਣੀ ਹੈ ਇਹਦੇ ਉੱਤੇ ਆਧਾਰਿਤ ਹੈ। ਅਸੀਂ ਕਿਤਾਬਾਂ ਵਿੱਚ ਪੜ੍ਹਾ ਰਹੇ ਹਾਂ ਤੇ ਉਹਦੇ ਅਖੀਰ 'ਚ ਨਾਲ ਲਿਖਿਆ ਸਾਡੀ ਚੈਪਟਰ ਜਿਸ 'ਚ ਸ਼ਾਮਲ ਕਿ ਖੁਸ਼ੀ ਤੇ ਚੜ੍ਹਦੀ ਕਲਾ, ਸਿਹਤ ਤੇ ਲੰਮੀ ਉਮਰ ਦਾ ਰਾਜ ਨੇ। ਸਕਾਰਾਤਮਕ ਸੋਚ ਮਾੜੀ ਤੋਂ ਮਾੜੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਚੌਗਣੀ ਕਰ ਦਿੰਦੀ ਹੈ ਜੀ ਜੀ। ਤੇ ਕਈ ਵਾਰ ਇਮਿਊਨ ਸਿਸਟਮ ਨੂੰ ਇੰਨਾ ਰਵਾਂ ਕਰ ਦਿੰਦੀ ਹੈ ਕਿ ਬਿਨਾਂ ਦਵਾਈ ਦੇ ਵੀ ਕੈਂਸਰ ਵਰਗੀ ਬਿਮਾਰੀ ਤੇ ਅਸੀਂ ਕਾਬੂ ਪਾ ਸਕਦੇ ਹਾਂ। ਸੋ ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਕਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਟਰੀਟ ਕੀਤਾ ਜਾਂਦਾ ਹੈ, ਇਹਨਾਂ ਦੇ ਵਿੱਚ ਜ਼ਰੂਰੀ ਹੈ ਕਿ ਆਈਸੋਲੇਟ ਕੀਤਾ ਜਾਵੇ ਤੇ ਜਾਂ ਕੁਆਰੰਟੀਨ ਕੀਤਾ ਜਾਵੇ। ਆਈਸੋਲੇਸ਼ਨ ਦੇ ਵਿੱਚ ਤਾਂ ਮਿਲਣ ਹੀ ਨਹੀਂ ਦਿੱਤਾ ਜਾਂਦਾ ਪਰਿਵਾਰ ਵਾਲਿਆਂ ਨੂੰ। ਸੋ ਇਹ ਵੀ ਕਿਤੇ ਨਾ ਕਿਤੇ ਫੈਕਟ ਹੈ ਕਿ ਜੇ ਤੁਸੀਂ
ਘਰਦਿਆਂ ਨੂੰ ਨਹੀਂ ਮਿਲਦੇ, ਉਹ ਥੋੜ੍ਹਾ ਹੋਰ ਟੈਨਸ਼ਨ ਦੇ ਵਿੱਚ ਰਹਿੰਦੇ ਹੋ, ਕੁਛ ਇਹੋ ਜਿਹਾ ਬਣਾ ਵੀ ਦਿੱਤਾ ਗਿਆ ਮਾਹੌਲ ਵੀ ਜਿਹਨੂੰ ਕਰੋਨਾ ਵਾਇਰਸ ਹੋ ਗਿਆ ਉਹਨੂੰ ਪਤਾ ਨਹੀਂ ਕੀ ਹੋ ਗਿਆ, ਵੀ ਲਾਗ ਦੀ ਬਿਮਾਰੀ ਹੈ, ਉਹ ਤੋਂ ਲੋਕ ਇੰਨੀ ਨਫ਼ਰਤ ਭਰਿਆ ਉਹਦੇ ਨਾਲ ਵਿਵਹਾਰ ਕਰਦੇ ਨੇ। ਸੋ ਕਿਤੇ ਨਾ ਕਿਤੇ ਇਹ ਵੀ ਇਫੈਕਟ ਹੋਏਗਾ ਇੰਨੀਆਂ ਮੌਤਾਂ ਹੋਣ ਦਾ। ਬਿਲਕੁਲ, ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਅਸੀਂ ਮਨਫੀ ਕਰ ਦਿੱਤਾ ਉਹ ਹਿੱਸਾ ਜਿੱਥੇ ਸਾਡੇ ਸਾਈਕੋਲੋਜਿਸਟ, ਸਾਈਕੈਟਰਿਸਟ ਦਾ ਰੋਲ ਹੁੰਦਾ ਜੇ ਕਿਸੇ ਨੂੰ ਇਹ ਗੱਲ ਨਾ ਸੌਖਿਆਂ ਸਮਝ ਆ ਰਹੀ ਹੋਏ ਤਾਂ ਮੈਂ ਉਹਨੂੰ ਕਹਾਂਗੀ ਕਿ ਇੱਕ ਦਿਨ, ਸਿਰਫ ਇੱਕ ਦਿਨ ਚੁਫੇਰੇ ਅਜਿਹੇ ਚਿੱਟੇ ਕਮਰੇ ਦੇ ਅੰਦਰ ਬੰਦ ਹੋ ਜਾਓ ਜਿੱਥੇ ਕੋਈ ਅਲਮਾਰੀ, ਕੋਈ ਖਿੜਕੀ, ਕੋਈ ਕੁਛ ਵੀ ਨਹੀਂ ਦਿਖ ਰਿਹਾ, ਤੁਸੀਂ ਬੰਦ ਹੋ, ਜਿੱਥੇ ਤੁਹਾਡੇ ਕੋਲ ਮੋਬਾਈਲ ਨਹੀਂ ਹੈ, TV ਨਹੀਂ ਹੈ, ਕੁਝ ਵੀ ਨਹੀਂ ਹੈ, ਤੇ ਤੁਸੀਂ ਬੰਦ ਹੋ, ਤੁਹਾਨੂੰ ਐਲਾਨ ਕਰ ਦਿੱਤਾ ਗਿਆ ਤੁਸੀਂ ਕਿਸੇ ਵੀ ਸਕਿੰਟ ਮਾਰ ਸਕਦੇ ਹੋ, ਅਸੀਂ ਤੁਹਾਨੂੰ ਦੇਖ ਰਹੇ ਹਾਂ ਜੀ। ਅਜਿਹੇ ਹਾਲ ਵਿੱਚ ਕੋਈ ਵੀ ਇਨਸਾਨ ਨਾਰਮਲ ਕਿਵੇਂ ਰਹਿ ਸਕਦਾ ਹੈ? ਉਹਨੂੰ ਇਹ ਅਹਿਸਾਸ ਹੋਏ ਕਿ ਤੁਸੀਂ ਆਪਣੀਆਂ ਕੋਈ ਗੇਮਸ ਖੇਡ ਸਕਦੇ ਹੋ, TV ਦੇਖ ਸਕਦੇ ਹੋ, ਅਖਬਾਰਾਂ ਪੜ੍ਹੋ, ਯਾਨੀ ਤੁਸੀਂ ਸਭ ਕੁਛ ਕਰਦੇ ਆ ਆਪਣੇ ਸਕਾਈਪ ਤੇ ਕਰੋ ਗੱਲ, ਜਾਂ ਤੁਸੀਂ ਕਿਸੇ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਲਗਾਤਾਰ ਇਨ ਟੱਚ ਰਹੋ ਤੇ ਚੜ੍ਹਦੀ ਕਲਾ 'ਚ ਰਹੋ, ਤਾਂ ਉਹ ਜੋ ਬਿਮਾਰੀ ਅਸੀਂ 28 ਦਿਨ ਉਹਨੂੰ ਮੌਤ ਦੇ ਮੂੰਹ ਵਿੱਚ ਧੱਕ ਕੇ ਕੱਢ ਰਹੇ ਹਾਂ, ਜਾਂ ਕੋਈ ਛਾਲਾਂ ਮਾਰਦਾ ਤੇ ਫਿਰ ਅਸੀਂ ਮਜ਼ਾਕ ਉਡਾਉਂਦੇ ਹਾਂ ਕਿ ਕਿਉਂ ਛਾਲ ਮਾਰ ਗਿਆ ਉੱਤੋਂ ਕੋਠੇ ਤੋਂ। ਇਹੋ ਇਸ ਥਾਂ ਤੇ ਤੜੇ ਹੋਣਾ, ਪਹਿਲਾਂ ਆਪਣੇ ਆਪ ਨੂੰ ਉਸ ਥਾਂ ਤੇ ਰੱਖ ਕੇ ਫਿਰ ਸੋਚਣਾ ਚਾਹੀਦਾ ਕਿ ਦੂਜੇ ਲਈ ਕੀ ਬੋਲ ਰਹੇ ਹਾਂ। ਬਿਲਕੁਲ, ਕਿਉਂਕਿ ਅੱਜ ਦੀ ਦੁਨੀਆ ਵਿੱਚ ਘਾਟ ਹੀ ਇਸ ਗੱਲ ਦੀ ਦੱਸ ਰਹੀ ਹਾਂ ਕਿ ਜਿਸ ਤਰੀਕੇ ਅਸੀਂ ਇਹਨਾਂ ਨਾਲ ਵਿਹਾਰ ਕਰ ਰਹੇ ਹਾਂ ਇਹ ਠੀਕ ਨਹੀਂ ਹੈ। ਅਸੀਂ ਉਹਨਾਂ ਨਾਲ ਗਲਤ ਕਰ ਰਹੇ ਹਾਂ, ਉਹਨਾਂ ਨੂੰ ਇਸ ਤਰ੍ਹਾਂ ਤਾੜ ਰਹੇ ਹਾਂ ਜਿਵੇਂ ਉਹਨਾਂ ਨੇ ਗੁਨਾਹ ਕੀਤਾ ਹੋਏ, ਬਲਕਿ ਉਹਨਾਂ ਲਈ ਇੱਕ ਸਹਾਰਾ ਬਣੀਏ, ਉਹਨਾਂ ਨੂੰ ਮਾਨਸਿਕ ਪੱਖੋਂ ਸਟਰੋਂਗ ਕਰੀਏ, ਤਾਂ ਯਕੀਨਨ ਇਹ ਵਾਇਰਸ ਵਰਗੀ ਤਾਂ ਚੀਜ਼ ਕੋਈ ਸ਼ੈ ਹੀ ਨਹੀਂ, ਇਹਦੇ ਤੋਂ ਆਰਾਮ ਨਾਲ ਕੋਈ ਵੀ ਬਿਨਾਂ ਦਵਾਈ ਦੇ ਠੀਕ ਹੋ ਕੇ ਨਿਕਲ ਸਕਦਾ ਜੇ, ਬਸ਼ਰਤੇ ਕਿ ਅਸੀਂ ਚੜ੍ਹਦੀ ਕਲਾ ਬਰਕਰਾਰ ਰੱਖੀਏ। ਜੀ, ਮਤਲਬ ਕੱਲੀ ਚੜ੍ਹਦੀ ਕਲਾ ਜਿਹੜੀ ਹੈਗੀ ਆ ਉਹਦੇ ਨਾਲ ਤੁਸੀਂ ਜਿੱਤ ਸਕਦੇ ਹੋ ਬਿਮਾਰੀ ਤੋਂ, ਤੇ ਮਤਲਬ ਜੀਨ ਐਕਸਪ੍ਰੈਸ਼ਨ ਤੁਹਾਡਾ ਚੇਂਜ ਕਰ ਦਿੰਦੀ ਹੈ ਚੜ੍ਹਦੀ ਕਲਾ। ਇਹ ਗੱਲ ਪ੍ਰੂਫ ਹੋ ਚੁੱਕੀ ਹੈ ਸਾਇੰਟਿਫਿਕਲੀ, ਪ੍ਰੂਵ ਹੋ ਚੁੱਕੀ ਹੈ। ਤੁਸੀਂ ਬਿਮਾਰੀ ਯਾਨੀ ਇਹ ਤਾਂ ਕੋਈ ਸ਼ੈ ਹੀ ਨਹੀਂ, ਜੇ ਕੈਂਸਰ ਵਰਗੀ ਚੀਜ਼ ਤੋਂ ਤੁਸੀਂ ਫਤਿਹ ਪਾ ਸਕਦੇ ਹੋ, ਤੇ ਵਾਇਰਸ ਤਾਂ ਆਪਣੇ ਆਪ ਮਰ ਜਾਣ ਵਾਲਾ ਬਰੀਕ ਜਿਹਾ ਕੀਟਾਣੂ ਹੈ, ਜਿੱਥੇ ਤੁਹਾਡੇ ਆਪਣੇ ਸੈੱਲ ਰਵਾਂ ਹੋ ਕੇ ਹੀ ਉਹਨੂੰ ਖਤਮ ਕਰ ਦੇਣਗੇ, ਫੈਲਣ ਹੀ ਨਹੀਂ ਦੇਣਗੇ। ਜ਼ਰੂਰੀ ਜੋ ਨੁਕਤਾ ਅਸੀਂ ਮਨਫੀ ਕਰ ਰਹੇ ਹਾਂ ਕਿ ਅਸੀਂ ਦਾਅਵੇ ਸਰਕਾਰ ਵੱਲੋਂ ਪੂਰਾ ਜ਼ੋਰ ਜੋ ਵੀ ਉਹਨਾਂ ਨੇ ਲਾਇਆ, ਮੈਂ ਤਾਰੀਫ ਕਰਦੀ ਹਾਂ ਵੀ ਆਪੋ ਆਪਣੇ ਕੰਮ ਵਿੱਚ ਸਾਰੇ ਜੁਟੇ ਨੇ, ਪਰ ਇਹ ਪੱਖ ਮਨਫੀ ਹੋ ਰਿਹਾ ਜੋ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦੀ ਹਾਂ, ਜਿਹਦੇ ਵਿੱਚ ਅਸੀਂ ਉਹਨਾਂ ਦੀ ਮਾਨਸਿਕ ਹਾਲਤ ਨੂੰ ਉੱਕਾ ਹੀ ਇਗਨੋਰ ਕਰ ਰਹੇ ਹਾਂ। ਇਸ ਤਰ੍ਹਾਂ ਲੋਕ ਵੀ ਸਾਰੇ ਬਾਕੀ ਠੀਕ ਇਹ ਨਹੀਂ ਸਮਝ ਰਹੇ ਕਿ ਉਹਨੂੰ ਕੋਈ ਅਜਿਹੀ ਬਿਮਾਰੀ ਨਹੀਂ ਜਿਹੜੀ ਉਹ ਯਾਨੀ ਉਹਨੂੰ ਇਸ ਤਰੀਕੇ ਸ਼ਨ ਕਿਉਂ ਕਰ ਰਹੇ, ਉਹਦਾ ਆਪਣਾ ਕੋਈ ਗੁਨਾਹ ਨਹੀਂ ਹੈ। ਬਿਮਾਰੀ ਜੋ ਸਾਨੂੰ ਵੀ ਆ ਸਕਦੀ ਹੈ, ਤੇ ਜੇ ਸਾਨੂੰ ਨਹੀਂ ਇਸ ਤਰ੍ਹਾਂ ਚੰਗਾ ਲੱਗਦਾ ਕਿ ਇੱਕ ਬੰਦ ਕਮਰੇ 'ਚ ਜਿੱਥੇ ਕੁਝ ਵੀ ਨਹੀਂ ਦੇਖਣ ਨੂੰ ਤਾੜ ਦਿੱਤਾ ਜਾਏ, ਉਹੀ ਚੀਜ਼ ਉਸ ਨਾਲ ਵੀ ਇਸੇ ਤਰ੍ਹਾਂ ਸਾਰੇ ਹੈਲਥ ਸਿਸਟਮ ਵੀ ਸਾਰਾ ਇਸ ਵੇਲੇ ਵਿਗੜਿਆ ਪਿਆ, ਤਾਣਾ ਬਾਣਾ, ਅਸਲ 'ਚ ਇੰਨੇ ਮਰੀਜ਼ ਤੇ ਕਿੱਟਾਂ ਦੀ ਘਾਟ ਤੇ ਹੋਰ ਸਭ ਚੀਜ਼ਾਂ ਨੇ, ਜਿਸ ਤਰੀਕੇ ਹੈਲਥ ਸਿਸਟਮ ਵੀ ਜਕੜਿਆ ਪਿਆ, ਉਹਨਾਂ ਕੋਲ ਵੀ ਉਹ ਸਮਾਂ ਨਹੀਂ ਕਿ ਕਿਸੇ ਵੀ ਮਰੀਜ਼ ਨਾਲ ਬੈਠ ਕੇ ਜਾਂ ਨੇੜੇ ਹੋ ਕੇ ਉਹਨੂੰ ਗੱਲ ਕਰ ਸਕਣ, ਤਸੱਲੀ ਦੇ ਸਕਣ। ਬਿਲਕੁਲ ਇਹੋ ਹੈ ਕਿ ਇਹ ਮਰੀਜ਼ ਰਤਾ ਇਗਨੋਰ ਹੋ ਰਹੇ ਨੇ ਤੇ ਉਹ ਠੀਕ ਹੋਣ ਦੀ ਥਾਂ ਜ਼ਿਆਦਾ ਮੌਤਾਂ ਹੋਈ ਜਾ ਰਹੀਆਂ ਨੇ, ਜੋ ਸਾਨੂੰ ਸਬਕ ਸਿੱਖ ਲੈਣਾ ਚਾਹੀਦਾ ਕਿ ਇਹਨਾਂ ਲਈ ਕੀ ਕੁਝ ਹੋਰ ਕਰਨ ਦੀ ਲੋੜ ਹੈ। ਜੀ ਬਿਲਕੁਲ, ਕਿਉਂਕਿ ਮਾਹੌਲ ਵੀ ਇਸ ਤਰੀਕੇ ਦਾ ਸਰਕਾਰ ਬਣਾ ਦਿੰਦੀ ਹੈ। ਪਿਛਲੇ ਦਿਨੀ ਜਦੋਂ ਜਿਹੜੇ ਤਬਲੀਗੀ ਜਮਾਤ ਦੇ ਵਿੱਚ ਸ਼ਾਮਿਲ ਹੋ ਕੇ ਆਏ ਲੋਕ ਸੀਗੇ, ਉਹਨਾਂ ਦੇ ਲਈ ਵੀ ਜਾਰੀ ਕੀਤੀ ਗਈ ਸੀ ਸੂਚਨਾ, ਹਦਾਇਤ ਸੀ ਪੰਜਾਬ ਸਰਕਾਰ ਦੇ ਵੱਲੋਂ, ਪੁਲਿਸ ਮਹਿਕਮੇ ਵੱਲੋਂ ਖਾਸ ਤੌਰ ਤੇ, ਕਿ ਜਿਹੜਾ ਕੋਈ ਖੁਦ ਆਪਣੇ ਆਪ ਸਰੈਂਡਰ ਨਹੀਂ ਕਰੇਗਾ ਸਾਡੇ ਕੋਲ, ਅਸੀਂ ਫਿਰ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ। ਮਤਲਬ ਤੁਸੀਂ ਪਹਿਲਾਂ ਹੀ ਉਹਨਾਂ ਨੂੰ ਡਰਾ ਰਹੇ ਹੋ ਵੀ ਜੇ ਤੁਸੀਂ ਮਰੀਜ਼ ਹੈਗੇ ਹੋ ਤਾਂ ਅਸੀਂ ਤੁਹਾਡੇ ਨਾਲ ਇੱਦਾਂ ਦਾ ਵਿਵਹਾਰ ਕਰਾਂਗੇ, ਤੇ ਲੋਕ ਹੋਰ ਵੀ ਡਰਦੇ ਨੇ, ਸਾਹਮਣੇ ਨਹੀਂ ਆਉਂਦੇ ਵੀ ਪਤਾ ਨਹੀਂ ਸਾਨੂੰ ਤਾਂ ਕੀ ਬਿਮਾਰੀ ਲੱਗ ਗਈ। ਸੋ ਇਹ ਸਾਰਾ ਮਾਹੌਲ ਹੈ ਜਿਹੜਾ ਜ਼ਿੰਮੇਵਾਰ ਹੈ। ਹਰਸ਼ਰਨ ਜੀ, ਮੈਂ ਇਹਦੇ 'ਚ ਦੋ ਗੱਲਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦੀ ਹਾਂ। ਯਾਨੀ ਅਸੀਂ ਸਾਡੀ ਸੋਚ ਦੇ ਨਿਗਾਰ ਕਿਸ ਹੱਦ ਤੱਕ ਜਾਂਦਾ ਕਿ ਪਹਿਲਾਂ ਅਸੀਂ ਉਂਗਲ ਚੁੱਕੀ, ਸਾਰੇ ਦੇ ਸਾਰੇ NRI ਹੀ ਗੁਨਾਹਗਾਰ ਨੇ, ਉਹਨਾਂ ਨੇ ਬਿਮਾਰੀ ਲਿਆਏ, ਉਹੀ ਸਾਰਾ ਕੁਛ ਕੀਤਾ, ਯਾਨੀ 90,000 ਦੀ ਗਿਣਤੀ 'ਚ ਆਏ, ਇੱਕ ਵੀ ਬੰਦਾ ਇਨਫੈਕਸ਼ਨ ਨੂੰ ਨਾਲ ਦੇ ਕੇ ਜਾਂਦੇ ਤਾਂ ਅੱਜ ਦੇ ਦਿਨ 90,000 ਤਾਂ ਕੇਸ ਹੁੰਦੇ ਹੀ। ਬਿਲਕੁਲ, ਕਿੱਥੇ ਨੇ ਉਹ ਕੇਸ? ਪਹਿਲਾਂ ਅਸੀਂ ਉਹਨਾਂ ਤੇ ਉਂਗਲ ਚੁੱਕ ਦਿੱਤੀ, ਫਿਰ ਸਾਨੂੰ ਲੱਗਿਆ ਕਿ ਸੌਖਾ ਸ਼ਿਕਾਰ ਹੈ, ਹਰ ਮੁਸਲਮਾਨ ਇਹ ਬਿਮਾਰੀ ਦੇ ਰਿਹਾ ਹੈ,
ਖਿਮਾ ਕਰਿਓ, ਅਸੀਂ ਪਤਾ ਨਹੀਂ ਕਿਉਂ ਧਾਰਮਿਕ ਵਲਗਣਾ ਦੇ ਵਿੱਚ ਜਾਂ ਇਸ ਤਰੀਕੇ ਵੰਡੀਆਂ ਮਨਾਂ ਦੇ ਵਿੱਚ ਪਾ ਰਹੇ ਹਾਂ। ਪਾਉਣ ਵਾਲਾ ਆਮ ਬੰਦੇ ਤੇ ਇਸ ਤਰ੍ਹਾਂ ਨਹੀਂ ਕਰਦੇ। ਆਮ ਬੰਦੇ ਤਾਂ ਸਾਡੀ ਜੇ ਧਿਆਨ ਕਰੀਏ ਕਿ ਨਬੀ ਖਾਨ ਤੇ ਗਨੀ ਖਾਨ ਦੀ ਅਸੀਂ ਕਿਤੇ ਦੇਣਾ ਭੁਲਾ ਸਕਦੇ ਹਾਂ? ਬਿਲਕੁਲ। ਮੁਸਲਮਾਨ ਹੋਣ ਤੇ ਕੀ ਸਿੱਖ ਹੋਣ ਤੇ ਕੀ ਹਿੰਦੂ ਹੋਣ, ਆਮ ਲੋਕ ਇਹਨਾਂ ਦੇ ਵਿੱਚ ਮਨਾਂ ਵਿੱਚ ਪਾੜ ਨਹੀਂ ਹੁੰਦਾ। ਕਦੇ ਤਾਂ ਸਿੱਖਾਂਗੇ ਕਿ ਸਾਡੇ ਮਨਾਂ 'ਚ ਪਾੜ ਪਾਉਣ ਵਾਲੇ ਜਾਂ ਸਿਆਸਤਦਾਨ ਹੋਇਆ ਕਰਦੇ ਨੇ ਜਾਂ ਧਾਰਮਿਕ ਪਖੰਡ ਕਰਨ ਵਾਲੇ ਜੋ ਅਡੰਬਰ ਰਚਦੇ ਨੇ ਉਹੀ ਇਹ ਸਰਹੱਦਾਂ ਦੀ ਪਾੜ ਕਰਦੇ ਨੇ। ਮਨਾਂ ਵਿੱਚ ਪਾੜ ਲਿਆਉਣ ਵਾਲੇ ਉਹੀ ਲੋਕ ਨੇ। ਕਿਸੇ ਸਦੀ ਵਿੱਚ ਤਾਂ ਸਮਝਾਂਗੇ ਕਿ ਇਹ ਹਿੰਦੂ ਸਿੱਖ ਜਾਂ ਮੁਸਲਮਾਨ ਜਾਂ ਇਹ ਧਰਮ ਇਹਨਾਂ ਦੇ ਕੋਈ ਵੀ ਕਿਸੇ ਵੀ ਥਾਂ ਆਪੋ ਵਿੱਚ ਵੈਰ ਕਰਨ ਦੀ ਗੱਲ ਕਰਦੇ ਹੀ ਨਹੀਂ, ਸਾਂਝ ਬਣਾਉਂਦੇ ਨੇ। ਤੇ ਪਰ ਇਹ ਆਮ ਲੋਕਾਂ ਨੂੰ ਭੜਕਾ ਕੇ ਜੋ ਇਸ ਤਰੀਕੇ ਦੀਆਂ ਗੱਲਾਂ ਸਾਹਮਣੇ ਲਿਆਉਣ ਵਾਲੇ ਨੇ, ਉਹਨਾਂ ਬਘਿਆੜਾਂ ਨੂੰ ਪਛਾਣ ਲਈਏ, ਉਹਨਾਂ ਤੋਂ ਬਚ ਜਾਈਏ ਤਾਂ ਯਕੀਨਨ ਅਸੀਂ ਪਿਆਰ ਤੇ ਮੁਹੱਬਤ ਦਾ ਪਸਾਰਾ ਕਰ ਸਕਦੇ ਹਾਂ। ਵਰਨਾ ਖਿਮਾ ਕਰਿਓ, ਇਸ ਤਰੀਕੇ ਪਾੜੇ ਜਾਣ ਤੇ ਹਮੇਸ਼ਾ ਭਾਵੇਂ ਬ੍ਰਿਟਿਸ਼ ਸਨ ਉਹ ਵੀ ਪਾੜੋ ਤੇ ਰਾਜ ਕਰੋ ਕਰ ਗਏ, ਪਰ ਉਹੀ ਸੋਚ ਅੱਜ ਕਾਲੇ ਅੰਗਰੇਜ਼ ਉਸੇ ਹੀ ਤਰ੍ਹਾਂ ਪਾੜੋ ਤੇ ਰਾਜ ਕਰੋ ਦੇ ਅਧੀਨ ਸਾਨੂੰ ਆਮ ਲੋਕਾਂ ਨੂੰ ਆਪੋ ਵਿੱਚ ਵੈਰੀ ਬਣਾਈ ਜਾ ਰਹੇ ਨੇ। ਸੋਚ ਤੋਂ ਸਾਨੂੰ ਬਚਣ ਦੀ ਲੋੜ ਹੈ। ਤਾਂ ਉਸੇ ਦਿਨ ਤੁਸੀਂ ਦੇਖੋਗੇ ਹਰ ਘਰ ਵਿੱਚ ਇੱਕ ਬੀਬੀ ਮੁਮਤਾਜ਼ ਵੀ ਨਿਕਲੇਗੀ ਜਿਹਨੇ ਭਾਈ ਬਚਿੱਤਰ ਸਿੰਘ ਜੀ ਲਈ ਪੂਰੀ ਜ਼ਿੰਦਗੀ ਲੇਖੇ ਲਾ ਦਿੱਤੀ। ਉਸੇ ਤਰ੍ਹਾਂ ਮਾਈ ਭਾਗੋ ਵੀ ਨਿਕਲੇਗੀ, ਉਸੇ ਤਰ੍ਹਾਂ ਮਾਈ ਕੌਲਾਂ ਵੀ ਹੋਏਗੀ ਤੇ ਬਿਲਕੁਲ ਉਂਝ ਹੀ ਸਾਡੇ ਹਰ ਘਰ ਵਿੱਚ ਬੰਦਾ ਸਿੰਘ ਬਹਾਦਰ ਵੀ ਦਿਸੇਗਾ। ਸਿਰਫ ਲੋੜ ਹੈ ਆਪਣੀ ਚੜ੍ਹਦੀ ਕਲਾ ਬਰਕਰਾਰ ਰੱਖਣ ਦੀ ਤੇ ਇਹ ਜਿਹੜੇ ਸਾਡੇ ਮਨਾਂ ਵਿੱਚ ਪਾੜ ਪਾਉਂਦੇ ਨੇ ਇਹਨਾਂ ਤੋਂ ਬਚਣ ਦੀ। ਜੀ ਜੀ ਬਿਲਕੁਲ ਬਿਲਕੁਲ, ਬਹੁਤ ਸੋਹਣੀਆਂ ਗੱਲਾਂ ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸੀਆਂ ਨੇ ਤੇ ਆਸ ਕਰਦੇ ਹਾਂ ਕਿ ਚੜ੍ਹਦੀ ਕਲਾ ਵਾਲਾ ਜਿਹੜਾ ਆਪਾਂ ਰਾਜ ਨਹੀਂ ਕਹਾਂਗੇ, ਦੁਨੀਆ ਦੇ ਸਾਹਮਣੇ ਹੈ ਸਭ ਕੁਝ ਤੇ ਸਾਰੇ ਇਸ ਨੂੰ ਧਾਰਨ ਕਰਨਗੇ ਔਰ ਇਸ ਤੇ ਯਕੀਨ ਕਰਨਗੇ ਕਿਉਂਕਿ ਇਸ ਦੇ ਨਤੀਜੇ ਨੇ ਜਿਹੜੇ ਦੁਨੀਆ ਦੇ ਸਾਹਮਣੇ ਨੇ ਤੇ ਗੁਰੂ ਸਾਹਿਬਾਨਾਂ ਨੇ ਜਿਹੜਾ ਇਹ ਸੰਕਲਪ ਦਿੱਤਾ ਉਹ ਝੂਠਾ ਹੋ ਹੀ ਨਹੀਂ ਸਕਦਾ। ਉਹ 100% ਸੱਚ ਹੈ ਤੇ ਅਸਰਦਾਰ ਹੈ। ਬਿਲਕੁਲ ਹਰਚਰਨ ਜੀ, ਸ਼ਾਇਦ ਕਿਸੇ ਨੂੰ ਅੱਜ ਧਿਆਨ ਆਵੇ ਕਿ ਜਿੰਨੇ ਮਰਜ਼ੀ ਧਰਮ ਖੰਗੋਲ ਲਓ, ਸਭ ਪਾਸੇ ਜਾ ਲਓ, ਹਰ ਧਰਮ ਦੇ ਵਿੱਚੋਂ ਵੀ ਜੇ ਕੱਢ ਲਓ ਨਿਚੋੜ, ਫਿਰ ਵੀ ਇੱਕ ਸਿੱਖ ਧਰਮ ਵਿੱਚ ਇੱਕ ਵੱਖ ਚੀਜ਼ ਜ਼ਰੂਰ ਨਜ਼ਰ ਆਉਂਦੀ ਜੇ, ਚੜ੍ਹਦੀ ਕਲਾ ਤੇ ਸਰਬੱਤ ਦਾ ਭਲਾ। ਬਿਲਕੁਲ, ਇਹ ਅੰਦਾਜ਼ਾ ਲਾ ਕੇ ਵੇਖ ਲਓ ਕਿੰਨੀ ਡੂੰਘੀ ਸੋਚ ਉਦੋਂ ਗੁਰੂ ਸਾਹਿਬਾਨ ਦੀ ਸੀ। ਇਹ ਲੈਬੋਰੇਟਰੀਆਂ, ਇਹ ਟੈਸਟ, ਏਦਾਂ ਦੀਆਂ ਚੀਜ਼ਾਂ ਹੁੰਦੀਆਂ ਨਹੀਂ ਸੀ, ਪਰ ਕਿੰਨੀ ਦੂਰ ਅੰਦੇਸ਼ੀ ਸੀ, ਕਿੰਨੀ ਦੂਰ ਦੀ ਸੋਚ ਸੀ, ਜਿਹਨੇ ਅੱਜ ਦੇ ਦਿਨ ਵੀ ਜੇ ਦੁਨੀਆ ਭਰ 'ਚ ਕਿਤੇ ਵੀ ਕੋਈ ਸਿੱਖ ਖੜਾ ਤਾਂ ਉਸ ਮੁਲਕ ਨੂੰ ਮਾਣ ਹੁੰਦਾ ਕਿ ਸਾਡੇ ਮੁਲਕ ਦੇ ਵਿੱਚ ਇੱਕ ਸਿੱਖ ਹੈ। ਇਸੇ ਤਰ੍ਹਾਂ ਭਾਵੇਂ ਮੁਸਲਮਾਨ ਬੀਬੀ ਹੋਵੇ, ਹਿੰਦੂ ਬੀਬੀ ਹੋਵੇ ਜਾਂ ਈਸਾਈ ਬੀਬੀ ਹੋਵੇ, ਉਹ ਮੂੰਹ ਆਪ ਕਹਿੰਦੀਆਂ ਨੇ ਕਿ ਅਸੀਂ ਕਿਸੇ ਸਿੰਘ ਦੇ ਕੋਲ ਖੜੀਆਂ, ਸੁਰੱਖਿਅਤ ਮਹਿਸੂਸ ਕਰਦੀਆਂ। ਤਾਂ ਇਹ ਸਿਰਫ ਉਹੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦਾ ਸਾਡਾ ਜੋ ਸੰਕਲਪ ਸੀ, ਜੋ ਸਾਡੀ ਸੋਚ ਸੀ, ਉਹੀ ਹੈ ਜੋ ਅੱਜ ਸਾਨੂੰ ਇਹ ਮਾਣ ਦੁਨੀਆ ਭਰ ਵਿੱਚ ਬਖਸ਼ ਰਹੀ ਹੈ। ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਜਲਦੀ ਫੇਰ ਤੁਹਾਡੇ ਨਾਲ ਜੁੜਾਂਗੇ। ਧਿਆਨ ਰੱਖਿਓ ਆਪਣਾ। ਬਹੁਤ ਮਿਹਰਬਾਨੀ।